ਉਹ ਹੁਣ ਉੱਥੇ ਸ਼ਰਾਬ ਤਾਂ ਵਿਕ ਰਹੀ ਹੈ ਖੁੱਲ੍ਹੇਆਮ ਤੇ ਆਮ ਲੋਕਾਂ ਨੂੰ ਕੁੱਟਿਆ ਮਾਰ ਕੇ ਅੰਦਰ ਡਰਾ ਕੇ ਬੰਦ ਕਰ ਦਿੱਤਾ ਜਾ ਰਿਹਾ। ਇਹ ਕਿੱਥੋਂ ਦਾ ਇਨਸਾਫ ਆ? ਅਸੀਂ ਉਹਦੇ ਵਿਰੋਧ ਕਰ ਰਹੇ ਸੀ। ਅਸੀਂ ਉੱਥੇ ਬੈਠੇ ਸੀ ਜੀ, ਮੇਰੇ ਨਾਲ ਮੇਰੇ ਸਾਥੀ ਬਹੁਤ ਸਾਰੇ। ਅਸੀਂ ਉੱਥੇ ਬੈਠ ਕੇ ਆਪਾਂ ਲੋਕਾਂ ਨੂੰ ਅਵੇਅਰ ਕਰ ਰਹੇ ਸੀ, ਆਨਲਾਈਨ ਹੋ ਰਹੇ ਸੀ ਵੀ ਆਹ ਦੇਖੋ ਸ਼ਰੇਆਮ ਧੱਕਾ ਸ਼ਾਹੀ ਹੋ ਰਹੀ ਆ। ਪੁਲਿਸ ਵੱਲੋਂ ਆਇਆ ਜਾਂਦਾ ਜੀ, ਸਾਨੂੰ ਚੱਕਿਆ ਜਾਂਦਾ, ਕਹਿੰਦੇ ਤੁਸੀਂ ਭਾਈ ਆਵਾਜ਼ ਕਿਉਂ ਉਠਾ ਰਹੇ ਹੋ? ਆਵਾਜ਼ ਉਠਾਉਣੀ ਹੁਣ ਇੱਥੇ ਗੁਨਾਹ ਹੋ ਗਿਆ ਜੀ। ਤੁਹਾਡੇ ਨਾਲ ਕਦੇ ਵੀ ਕੋਈ ਖਲਵਾੜ ਹੁੰਦਾ ਤਾਂ ਇਕੱਠੇ ਹੋ ਭਰਾਵੋ, ਆਵਾਜ਼ ਉਠਾਓ। ਆਵਾਜ਼ ਉਠਾਉਣਾ ਤੁਹਾਡਾ ਰਾਈਟ ਆ। ਤੁਹਾਨੂੰ ਪੁਲਿਸ ਵੱਲੋਂ ਦੱਬਿਆ ਜਾਊਗਾ ਤਾਂ ਵੀ ਤੁਹਾਡੀ ਆਵਾਜ਼ ਲੋਕਾਂ ਤੱਕ ਜਾਊਗੀ। ਇਹਨਾਂ ਨੂੰ ਚਾਹੀਦਾ ਜੀ ਵੀ ਮੋਦੀ ਤੇ ਪਰਚਾ ਦੇਵੇ, ਅਮਿਤ ਸ਼ਾਹ ਤੇ ਪਰਚਾ ਦੇਣ, ਜਿਨ੍ਹਾਂ ਨੇ ਉੱਥੇ ਰੈਲੀਆਂ ਕੀਤੀਆਂ ਲੱਖਾਂ ਦੀ ਗਿਣਤੀ 'ਚ। ਹਲੇ ਖੁਸ਼ ਹੋਇਆ ਵੀ ਖੇਲਾ ਕਰਾਂਗੇ, ਐਸੇ ਕਰਾਂਗੇ। ਉਹ ਬਹੁਤ ਗਲਤ ਗੱਲਾਂ ਜੀ। ਲੋਕਾਂ ਦੀ ਸਿਹਤ ਨਾਲੋਂ ਇਹਨਾਂ ਨੇ ਖਲਵਾੜ ਕਰਿਆ, ਬੀਜੇਪੀ ਨੇ ਕਰਿਆ ਖਲਵਾੜ, ਇਹ ਰਾਜਨੀਤਿਕ ਲੀਡਰਾਂ ਨੇ ਖਲਵਾੜ ਕਰਿਆ। ਇਹਨਾਂ ਦੇ ਪਰਚੇ ਹੋਣੇ ਚਾਹੀਦੇ, ਇਹਨਾਂ ਨੂੰ ਆਪਦੇ ਪਦਾਂ ਤੋਂ ਅਸਤੀਫਾ ਦੇਣਾ ਚਾਹੀਦਾ। ਹੁਣ ਅਸੀਂ ਸਰਕਾਰਾਂ ਤੋਂ ਸਵਾਲ ਪੁੱਛਣੇ ਚਾਹੁੰਦੇ ਹਾਂ ਜੀ। ਇੱਕ ਤਾਂ ਸਾਡੇ ਜਿਹੜੇ ਇਹ PM ਫੰਡ ਕੇਅਰ ਆਇਆ ਸੀਗਾ ਜੀ, ਸੈਂਟਰ ਸਰਕਾਰ ਤੋਂ ਪੁੱਛਦੇ ਹਾਂ ਵੀ ਉਹਦਾ ਹਿਸਾਬ ਕਿਤਾਬ ਦਿਓ ਕਿ ਤੁਸੀਂ ਆਪਦੇ ਦਫ਼ਤਰਾਂ 'ਤੇ ਲਾਤਾ। ਜਿਹੜੇ ਤੁਸੀਂ ਆਲੀਸ਼ਾਨ ਦਫ਼ਤਰ ਬਣਾਉਣ ਲੱਗੀ ਆ ਬੀਜੇਪੀ, ਉਹ 'ਤੇ PM ਫੰਡ ਕੇਅਰ ਇਹਨਾਂ ਨੇ ਇਸਤੇਮਾਲ ਕਰ ਲਿਆ। ਸਾਨੂੰ ਜੀ ਮੂਰਤੀਆਂ ਦੀ ਲੋੜ ਨਹੀਂ ਆਪਣੇ ਦੇਸ਼ ਨੂੰ। ਇਹ ਜੇ ਸਰਕਾਰ ਨੂੰ ਐਡੀ ਟੈਨਸ਼ਨ ਹੈ ਜੀ, ਜਿਹੜੇ ਸਰਕਾਰਾਂ ਇਹ ਡਰਾਮੇਬਾਜ਼ੀਆਂ ਕਰਦੀਆਂ ਨੇ, ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਤੁਸੀਂ ਇਹਦਾ ਤਿੰਨੇ ਕਾਲੇ ਕਾਨੂੰਨ ਰੱਦ ਕਰ ਦਿਓ। ਵੀ ਭਾਈ ਦੇਖੋ, ਆਪਾਂ ਪਹਿਲਾਂ ਬਿਮਾਰੀ ਨਾਲ ਲੜੀਏ। ਦੇਸ਼ ਪ੍ਰਦੇਸ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਤੇ ਰੈਡ FM ਸੁਣਨ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ। ਮੈਂ ਅਨੂਜਾ ਸ਼ਰਮਾ। ਤੇ ਜਿੱਥੇ ਗੱਲ ਕਿਸਾਨੀ ਅੰਦੋਲਨ ਦੀ ਆਂਦੀ ਹੈ ਤੇ ਨਾਲ ਖੜਾ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈਗਾ ਆ ਕਰੋਨਾ ਵਾਇਰਸ। ਇਹ ਦੋਵੇਂ ਮੁੱਦੇ ਇਸ ਵਕਤ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਨੇ ਤੇ ਬਹੁਤ ਜ਼ਿਆਦਾ ਚਿੰਤਾ ਦੇ ਵਿਸ਼ੇ ਵੀ ਬਣੇ ਹੋਏ ਨੇ। ਤੇ ਅੱਜ ਮੇਰੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਰੁਲਦੂ ਸਿੰਘ ਮਾਨਸਾ ਜੀ ਦੇ ਪੋਤੇ ਸੁਖਦੀਪ ਸਿੰਘ ਮਾਨਸਾ। ਉਹਦੇ ਨਾਲ ਗੱਲਬਾਤ ਕਰਾਂਗੇ। ਹਾਲਾਂਕਿ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ, ਕੱਲ੍ਹ ਹੀ ਇੱਕ ਬਹੁਤ ਵੱਡਾ ਮੁੱਦਾ ਰਿਹਾ ਸੀਗਾ ਜਿਸ ਵਿੱਚ ਉਹ ਚਰਚਾ ਦੇ ਵਿੱਚ ਰਹੇ ਸੀਗੇ। ਪਹਿਲੇ ਉਹ ਮੁੱਦੇ ਬਾਰੇ ਗੱਲਬਾਤ ਕਰਾਂਗੇ। ਮੇਰੇ ਨਾਲ ਮੌਜੂਦ ਨੇ ਸੁਖਦੀਪ ਸਿੰਘ ਜੀ। ਬਹੁਤ ਬਹੁਤ ਸਵਾਗਤ ਸੁਖਦੀਪ। ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ। ਸੁਖਦੀਪ, ਕੱਲ ਬੜਾ ਇੱਕ ਚਰਚਾ ਦਾ ਮੁੱਦਾ ਬਣਿਆ ਹੋਇਆ ਸੀਗਾ। ਪੁਲਿਸ ਵਾਲਿਆਂ ਨਾਲ ਬਹਿਸ ਚੱਲ ਰਹੀ ਸੀ, ਪੁਲਿਸ ਵਾਲੇ ਤੁਹਾਨੂੰ ਫੜਨ ਆ ਰਹੇ ਸੀਗੇ। ਕੀ ਸੀਗਾ ਉਹ ਮੁੱਦਾ? ਕਿਸ ਵਾਸਤੇ ਤੁਸੀਂ ਮੋਹਰੇ ਆਏ ਸੀ? ਮੁੱਦਾ ਜੀ ਸਿਰਫ ਇਹ ਸੀਗਾ ਵੀ ਸ਼ਰਾਬ ਦੇ ਠੇਕੇ ਜੀ ਸ਼ਰੇਆਮ ਤਰੀਕੇ ਨਾਲ ਜਿਹੜੀਆਂ ਗਾਈਡਲਾਈਨਸ ਸਰਕਾਰ ਵੱਲੋਂ ਦਿੱਤੀਆਂ ਗਈਆਂ ਵੀ 5 ਵਜੇ ਦੁਕਾਨਾਂ ਨੂੰ ਬੰਦ ਕਰ ਦਿੱਤਾ ਜਾਵੇ, ਬਾਜ਼ਾਰ ਵਿੱਚ ਹੀ ਆਉਂਦੇ ਨੇ ਸ਼ਰਾਬ ਦੇ ਠੇਕੇ, ਉਹਨਾਂ ਨੂੰ ਇਹਨਾਂ ਨੇ ਖੋਲ੍ਹ ਕੇ ਜੀ ਉਹਦੇ ਚੋਰ ਮੋਰੀਆਂ ਰਾਹੀਂ ਸ਼ਰਾਬ ਵੇਚ ਰਹੀ ਸੀ ਸਰਕਾਰ ਲਾ ਲਓ, ਪੁਲਿਸ ਪ੍ਰਸ਼ਾਸਨ ਦੇ ਮੂਹਰੇ ਸ਼ਰਾਬ ਵਿਕ ਰਹੀ ਆ। ਜੇ ਕੋਈ ਆਮ ਬੰਦਾ ਉੱਥੇ ਰੇਹੜੀ ਵਗੈਰਾ ਵੀ ਲਾਉਂਦਾ, ਜਿਹੜਾ ਫਰੂਟਸ ਦਾ ਕੰਮ ਕਰਕੇ ਆਪਦਾ ਦਿਹਾੜੀ ਕਮਾਉਂਦਾ 300-400 ਰੁਪਏ ਜਿੰਨਾ ਘਰ ਚੱਲਦਾ ਉਹਨੂੰ ਇਹਨਾਂ ਨੂੰ ਵੱਲੋਂ ਕੁੱਟ ਮਾਰ ਕੇ ਘਰੇ ਬਿਠਾਇਆ ਭਜਾਇਆ ਜਾ ਰਿਹਾ ਵੀ ਤੂੰ ਭੱਜ ਜਾ। 5 ਵਜੇ ਤੋਂ ਬਾਅਦ ਹੀ ਤੁਸੀਂ ਗੱਲ ਦੇਖੋਗੇ ਸਬਜ਼ੀ ਵਗੈਰਾ ਵਿਕਣੀ ਸ਼ੁਰੂ ਹੁੰਦੀ ਆ। ਛੋਟੇ ਵਪਾਰੀਆਂ ਦਾ ਕੰਮ ਚੱਲਦਾ ਹੱਥ ਨਹੀਂ, ਕਿਉਂਕਿ ਠੰਡਾ ਹੁੰਦਾ ਮਾਹੌਲ, ਬੰਦੇ ਕੰਮ ਆਪਦਾ ਸਮਾਨ ਵਗੈਰਾ ਬਾਏ ਕਰਦੇ ਆ। ਉਹ ਹੁਣ ਉੱਥੇ ਸ਼ਰਾਬ ਤਾਂ ਵਿਕ ਰਹੀ ਹੈ ਖੁੱਲ੍ਹੇਆਮ ਤੇ ਆਮ ਲੋਕਾਂ ਨੂੰ ਕੁੱਟਿਆ ਮਾਰ ਕੇ ਅੰਦਰ ਡਰਾ ਕੇ ਬੰਦ ਕਰ ਦਿੱਤਾ ਜਾ ਰਿਹਾ। ਇਹ ਕਿੱਥੋਂ ਦਾ ਇਨਸਾਫ ਆ? ਅਸੀਂ ਉਹਦੇ ਵਿਰੋਧ ਕਰ ਰਹੇ ਸੀ। ਅਸੀਂ ਉੱਥੇ ਬੈਠੇ ਸੀ ਜੀ, ਮੇਰੇ ਨਾਲ ਮੇਰੇ ਸਾਥੀ ਬਹੁਤ ਸਾਰੇ। ਅਸੀਂ ਉੱਥੇ ਬੈਠ ਕੇ ਆਪਾਂ ਲੋਕਾਂ ਨੂੰ ਅਵੇਅਰ ਕਰ ਰਹੇ ਸੀ, ਆਨਲਾਈਨ ਹੋ ਰਹੇ ਸੀ ਵੀ ਆਹ ਦੇਖੋ ਸ਼ਰੇਆਮ ਧੱਕਾ ਸ਼ਾਹੀ ਹੋ ਰਹੀ ਆ। ਪੁਲਿਸ ਵੱਲੋਂ ਆਇਆ ਜਾਂਦਾ ਜੀ, ਸਾਨੂੰ ਚੱਕਿਆ ਜਾਂਦਾ, ਕਹਿੰਦੇ ਤੁਸੀਂ ਭਾਈ ਆਵਾਜ਼ ਕਿਉਂ ਉਠਾ ਰਹੇ ਹੋ? ਆਵਾਜ਼ ਉਠਾਉਣੀ ਹੁਣ ਇੱਥੇ ਗੁਨਾਹ ਹੋ ਗਿਆ ਜੀ। ਸੰਵਿਧਾਨ ਕੋਈ ਨਹੀਂ ਰਿਹਾ, ਕੋਈ ਮਸਲਾ ਨਹੀਂ। ਹੁਣ ਉਹਨਾਂ ਨੂੰ ਮੌਕੇ ਚਾਹੀਦੇ ਆ ਵੀ ਕਿੱਥੇ ਆਪਾਂ ਵੀਕਨੈਸ ਪੁਆਇੰਟ ਫੜੀਏ। ਵੀ ਤੁਸੀਂ ਕਰੋਨਾ ਟਾਈਮ 'ਚ ਐਂ ਕਰੀ ਬੈਠੇ ਹੋ। ਤੁਸੀਂ ਕਰੋਨਾ ਟਾਈਮ 'ਚ ਕੀ ਕਰ ਰਹੇ ਹੋ? ਨਾ ਤਾਂ ਵੈਂਟੀਲੇਟਰ ਨੇ, ਤੁਸੀਂ ਚਲਾਨ ਤੇ ਚਲਾਨ ਕੱਟਿਆ ਪੰਜਾਬ ਪੁਲਿਸ ਨੂੰ। ਅਸੀਂ ਪੁੱਛਣਾ ਚਾਹੁੰਦੇ ਹਾਂ, ਇਹ ਐਡੇ ਚਲਾਨ ਕੱਟ ਕੇ ਤੁਸੀਂ ਇਹ ਪੈਸਾ ਦਿੱਤਾ ਕਿਹਨੂੰ ਆ? ਉਹਦੇ ਸਵਾਲ ਜਵਾਬ ਦੇਵੇ। ਤੇ ਵੈਂਟੀਲੇਟਰ ਦੀ 0 ਫੈਸਿਲਿਟੀ ਆ, ਆਕਸੀਜਨ ਨਹੀਂ ਪੂਰੀ ਹੋ ਰਹੀ, ਕਰੋਨਾ ਵੈਕਸੀਨੇਸ਼ਨ ਨਹੀਂ ਬਣ ਰਹੀ। ਇਹਦਾ ਸੋਲੂਸ਼ਨ ਕੀ ਆ? ਤੁਸੀਂ ਦੱਸੋ। ਹੁਣ ਇੱਕ ਮੌਤ ਨੂੰ ਚੁੰਮਣ ਵਾਲੀ ਗੱਲ ਆ ਇਹ। ਸਿਰਫ ਇੱਕ ਮੌਤ ਨੂੰ ਹੁਣ ਆਪਦਾ ਗੱਲ ਲਾ ਲਓ ਤੇ ਆਪਦਾ ਮਰ ਜਾਓ। ਇਹ ਤਾਂ ਸੋਲੂਸ਼ਨ ਨਹੀਂ ਨਾ। ਨਹੀਂ ਸੁੱਖੀ ਵੀਰੇ, ਅਗਰ ਗੱਲ ਕੀਤੀ ਜਾਵੇ ਤੇ ਜਿਸ ਤਰੀਕੇ ਨਾਲ ਆਪਾਂ ਦੇਖ ਰਹੇ ਹਾਂ ਕਰੋਨਾ ਵਾਇਰਸ, ਚਿੰਤਾ ਦਾ ਮੁੱਦਾ ਤਾਂ ਬਹੁਤ ਵੱਡਾ ਹੈਗਾ ਆ। ਆਕਸੀਜਨ ਹੋਵੇ, ਜਿਹੜੇ ਵੈਂਟੀਲੇਟਰ ਨੇ ਉਹਨਾਂ ਦੀ ਘਾਟ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ। ਤੇ ਉੱਥੇ ਲੋਕਾਂ ਨੂੰ ਜਿਸ ਵਕਤ ਚਿੰਤਾ ਹੁੰਦੀ ਹੈ, ਕਿਸਾਨੀ ਅੰਦੋਲਨ ਦੀ ਬਹੁਤ ਵੱਡੀ ਚਿੰਤਾ ਹੁੰਦੀ ਹੈ। ਕਿੰਨਾ ਕੁ ਅਸਰ ਜਿਹੜਾ ਕਰੋਨਾ ਵਾਇਰਸ ਦਾ ਕਿਸਾਨੀ ਅੰਦੋਲਨ ਤੇ ਪੈਂਦਾ ਦਿਖ ਰਿਹਾ ਆ?
ਕਿਸਾਨੀ ਅੰਦੋਲਨ ਦੇ ਹੌਸਲੇ ਪਹਿਲੇ ਦਿਨ ਤੋਂ ਬੁਲੰਦ ਨੇ ਜੀ ਤੇ ਚੜ੍ਹਦੀ ਕਲਾ 'ਚ ਮੋਰਚਾ ਜੀ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ। ਉੱਥੇ ਕੋਈ ਬਿਮਾਰੀ ਨਹੀਂ, ਤੁਸੀਂ ਦੇਖਿਆ ਹੋਣਾ, ਕੋਈ ਉੱਥੇ ਪੋਜ਼ਿਟਿਵ ਨਹੀਂ ਆਇਆ ਜੀ ਕਰੋਨਾ ਨਾਲ। ਜੇ ਸਾਡੇ ਮੁੱਖ ਵੱਡੇ ਆਗੂਆਂ ਸੀਨੀਅਰ ਆਗੂਆਂ ਨੇ ਕਿਹਾ ਵੀ ਆ ਸਰਕਾਰ ਸਾਨੂੰ ਵੈਕਸੀਨੇਸ਼ਨ ਪ੍ਰੋਵਾਈਡ ਕਰਵਾਵੇ, ਅਸੀਂ ਕਿਸਾਨਾਂ ਦੇ ਲਾਵਾਂਗੇ। ਤੇ ਜੇ ਬਾਕੀ ਸਰਕਾਰ ਨੂੰ ਐਡਾ ਮੁੱਦਾ ਇਹ ਖਤਰਨਾਕ ਹੈਗੀ ਆ ਬਿਮਾਰੀ, ਮੈਂ ਮੰਨਦਾ, ਖੁਦ ਮੰਨਦਾ ਬਿਮਾਰੀ ਹੈਗੀ ਆ, ਗੱਲ ਕਰ ਇਹਨੂੰ ਐਡਾ ਹਊਆ ਬਣਾ ਕੇ ਲੋਕਾਂ ਨੂੰ ਡਰਾਤਾ, ਇੱਕੋ ਲਗਤ ਡਰਾ ਤੇ ਲੋਕ ਪੇਸ਼ੈਂਟਾਂ ਨੂੰ ਡਾਕਟਰ ਨਹੀਂ ਦੇਖ ਰਹੇ। ਉਹ ਟ੍ਰੀਟਮੈਂਟ ਕਰਿਆ ਜਾ ਸਕਦਾ, ਇਹਦਾ ਇਲਾਜ ਹੈਗਾ, ਇਹਦਾ ਇਲਾਜ ਕਰੋ, 14 ਦਿਨਾਂ 'ਚ ਠੀਕ ਹੋ ਸਕਦਾ, ਬੰਦੇ ਨੂੰ ਠੀਕ ਕਰਿਆ ਜਾ ਸਕਦਾ। ਜਿਹਨੂੰ ਆਕਸੀਜਨ ਦੀ ਲੋੜ ਆ ਉਹਨੂੰ ਆਕਸੀਜਨ ਦਿਓ, ਇਹਦਾ ਸੋਲੂਸ਼ਨ ਹੈਗਾ। ਲੋਕਾਂ ਨੂੰ ਡਰਾ ਕੇ ਹਊਆ ਬਣਾ ਕੇ ਸਾਡੇ ਅੰਦੋਲਨ ਨੂੰ ਧੱਕਾ ਲਾਉਣ ਦੀ ਇਹ ਗੱਲ ਗਲਤ ਨੀਤੀਆਂ। ਇਹ ਜੇ ਸਰਕਾਰ ਨੂੰ ਐਡੀ ਟੈਨਸ਼ਨ ਹੈ ਜੀ, ਜਿਹੜੇ ਸਰਕਾਰਾਂ ਇਹ ਡਰਾਮੇਬਾਜ਼ੀਆਂ ਕਰਦੀਆਂ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਤੁਸੀਂ ਇਹਦਾ ਤਿੰਨੇ ਕਾਲੇ ਕਾਨੂੰਨ ਰੱਦ ਕਰ ਦਿਓ ਵੀ ਭਾਈ ਦੇਖੋ ਆਪਾਂ ਪਹਿਲਾਂ ਬਿਮਾਰੀ ਨਾਲ ਲੜੀਏ ਫਿਰ ਆਪਾਂ ਕੋਈ ਹੋਰ ਮੁੱਦਾ ਕਰਾਂਗੇ। ਐਡੀ ਕੋਈ ਆਫਤ ਨਹੀਂ ਆਈ ਸੀ ਵੀ ਇਹਨਾਂ ਨੇ ਰਾਤ ਨੂੰ ਇਹ ਕਾਨੂੰਨ ਲਿਆਂਦੇ ਨੇ, ਇਹ ਐਡਾ ਮਸਲਾ ਨਹੀਂ ਸੀ। ਸਾਨੂੰ ਪਤਾ ਸੀ, ਅਵੇਅਰ ਆ, ਸਾਨੂੰ ਸਾਡੇ ਹੱਕਾਂ ਬਾਰੇ ਪਤਾ। ਇਹ ਸਰਕਾਰਾਂ ਡਰਾਮੇਬਾਜ਼ ਨੇ, ਇਹ ਸਿਰਫ ਡਰਾਮੇ ਕਰਨ ਜਾਂਦੀਆਂ ਨੇ। ਇਹ ਜੀ ਇਹਨਾਂ ਨੇ ਹੁਣ ਚੋਣ ਕਮਿਸ਼ਨ ਤੇ ਦਿੱਤੇ ਨੇ ਪਰਚੇ ਸੁਪਰੀਮ ਕੋਰਟ ਨੇ, ਇਹਨਾਂ ਨੂੰ ਚਾਹੀਦਾ ਜੀ ਵੀ ਮੋਦੀ ਤੇ ਪਰਚਾ ਦੇਵੇ, ਅਮਿਤ ਸ਼ਾਹ ਤੇ ਪਰਚਾ ਦੇਣ, ਜਿਨ੍ਹਾਂ ਨੇ ਉੱਥੇ ਰੈਲੀਆਂ ਕੀਤੀਆਂ ਲੱਖਾਂ ਦੀ ਗਿਣਤੀ 'ਚ। ਹਲੇ ਖੁਸ਼ ਹੋਇਆ ਵੀ ਖੇਲਾ ਕਰਾਂਗੇ, ਐਸੇ ਕਰਾਂਗੇ, ਉਹ ਬਹੁਤ ਗਲਤ ਗੱਲਾਂ ਜੀ। ਲੋਕਾਂ ਦੀ ਸਿਹਤ ਨਾਲੋਂ ਇਹਨਾਂ ਨੇ ਖਿਲਵਾੜ ਕਰਿਆ, ਬੀਜੇਪੀ ਨੇ ਕਰਿਆ ਖਿਲਵਾੜ, ਇਹ ਰਾਜਨੀਤਿਕ ਲੀਡਰਾਂ ਨੇ ਖਿਲਵਾੜ ਕਰਿਆ। ਇਹਨਾਂ ਦੇ ਪਰਚੇ ਹੋਣੇ ਚਾਹੀਦੇ, ਇਹਨਾਂ ਨੂੰ ਆਪਦੇ ਪਦਾਂ ਤੋਂ ਅਸਤੀਫਾ ਦੇਣਾ ਚਾਹੀਦਾ, ਕਿਉਂਕਿ ਇਹਨਾਂ ਤੋਂ ਨਾ ਤਾਂ ਆਕਸੀਜਨ ਦੀ ਸਹੂਲਤ ਹੋਈ ਆ। ਜੇ ਤੁਹਾਡੇ ਕੋਲੇ ਨਹੀਂ ਕੋਈ ਪ੍ਰਬੰਧ ਦੀ ਸਹੂਲਤ ਹੈਗੀ ਜੀ ਤਾਂ ਤੁਸੀਂ ਸੂਝਵਾਨ ਬੰਦਿਆਂ ਨੂੰ ਬੁਲਾਓ ਤੇ ਉਹਨਾਂ ਤੋਂ ਪ੍ਰਬੰਧ ਚਲਵਾਓ। ਇਹ ਅਨਐਜੂਕੇਟਡ ਪਰਸਨ ਆ ਮੋਦੀ ਹੋ ਗਿਆ, ਅਮਿਤ ਸ਼ਾਹ ਹੋ ਗਿਆ, ਯੋਗੀ ਹੋ ਗਿਆ, ਇਹਨਾਂ ਨੂੰ ਕਹਿੰਦੇ ਵੀ ਅਸਤੀਫਾ ਦਿਓ, ਤੁਸੀਂ ਆਪਦਾ ਰਿਜ਼ਾਈਨ ਕਰਕੇ ਜਾਓ, ਅਸੀਂ ਆਪ ਹੀ ਚਲਾ ਲਾਂਗੇ। ਸਾਡੇ ਕੋਲ ਇੰਨੇ ਕੁ ਤਾਂ ਸੂਝਵਾਨ ਬੰਦੇ ਇੰਡੀਆ 'ਚ ਹੈਗੇ ਆ, ਡਾਕਟਰ ਹੈਗੇ ਨੇ, ਬਹੁਤ ਸਮਝਦਾਰ ਹੋਰ ਲੋਕ ਹੈਗੇ ਨੇ, ਪੜ੍ਹੇ ਲਿਖੇ ਸਮਝਦਾਰ, ਉਹਨਾਂ ਤੋਂ ਰਾਇ ਲਓ ਕਿਵੇਂ ਆਕਸੀਜਨ ਪੂਰੀ ਕਰੀ ਜਾਵੇ, ਕਿਵੇਂ ਵੈਂਟੀਲੇਟਰ ਪੂਰੇ ਕਰੇ ਜਾਣ। ਡਰਾਮੇਬਾਜ਼ੀ ਨਾ ਕਰੀ ਜਾਵੇ ਜੀ। ਅਸੀਂ ਫਿਰ ਤੋਂ ਅਪੀਲ ਕਰਦੇ ਹਾਂ, ਮੈਂ ਇੱਕ ਪੰਜਾਬ ਕਿਸਾਨ ਯੂਨੀਅਨ ਯੂਥ ਵਿੰਗ ਵੱਲੋਂ ਜੀ ਹੱਥ ਬੰਨ੍ਹ ਕੇ ਸਰਕਾਰਾਂ ਨੂੰ ਤੇ ਲੋਕਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਅਵੇਅਰ ਰਹੋ, ਆਪਦੇ ਹੱਕਾਂ ਲਈ ਜਾਗਰੂਕ ਰਹੋ। ਤੁਹਾਡੇ ਨਾਲ ਕਦੇ ਵੀ ਕੋਈ ਖਲਵਾੜ ਹੁੰਦਾ ਤਾਂ ਇਕੱਠੇ ਹੋ ਭਰਾਵੋ, ਆਵਾਜ਼ ਉਠਾਓ। ਆਵਾਜ਼ ਉਠਾਉਣਾ ਤੁਹਾਡਾ ਰਾਈਟ ਆ। ਤੁਹਾਨੂੰ ਪੁਲਿਸ ਵੱਲੋਂ ਦੱਬਿਆ ਜਾਊਗਾ ਤਾਂ ਵੀ ਤੁਹਾਡੀ ਆਵਾਜ਼ ਲੋਕਾਂ ਤੱਕ ਜਾਊਗੀ, ਤੁਹਾਨੂੰ ਦਿਖਾਇਆ ਜਾਊਗਾ। ਤੁਸੀਂ ਮੂਹਰੇ ਆਓ ਤੇ ਲੜੋ। ਸੁਖੀ, ਤੁਸੀਂ ਯੂਥ ਵਿੰਗ ਵੱਲੋਂ ਰਿਪਰੈਜ਼ੈਂਟ ਕਰਦੇ ਹੋ, ਯੂਥ ਵਿੰਗ ਨੂੰ ਰਿਪਰੈਜ਼ੈਂਟ ਕਰਦੇ ਹੋ, ਯੂਥ ਨੂੰ ਅੱਜ ਕਿੱਥੇ ਖੜਾ ਦੇਖਦੇ ਹੋ? ਕਿਉਂਕਿ ਜਿਹੜੀ ਯੂਥ ਨੂੰ ਪਹਿਲਾਂ ਕਿਹਾ ਜਾਂਦਾ ਸੀ ਕਿ ਨਸ਼ਿਆਂ ਦੇ ਵਿੱਚ ਵੜੀ ਹੋਈ ਹੈ, ਨਸ਼ਿਆਂ ਤੋਂ ਬਾਹਰ ਨਹੀਂ ਆ ਰਹੀ, ਨਸ਼ਿਆਂ ਦੇ ਵਿੱਚ ਹੀ ਹੈਗੀ ਹੈ, ਗੋਲੀਆਂ ਜਿਹੜੀਆਂ ਆਹ ਸਾਰੀਆਂ ਚੀਜ਼ਾਂ ਹੈਗੀਆਂ ਇਹਨਾਂ ਦੇ ਵਿੱਚ ਹੈਗੀ ਹੈ। ਅੱਜ ਦੀ ਯੂਥ ਜਿਹੜੀ ਕਿਸਾਨੀ ਅੰਦੋਲਨ ਦੇ ਵਿੱਚ ਵੀ ਖੜੀ ਹੈ ਤੇ ਭਾਵੇਂ ਉਹ ਜਿਹੜਾ ਕਰੋਨਾ ਵਾਇਰਸ ਹੈਗਾ ਉਹਦੇ ਫਰੰਟ ਲਾਈਨ ਵਰਕਰਸ ਵਾਂਗੂ ਵੀ ਕੰਮ ਕਰ ਰਹੀ ਹੈ, ਇਹਦੇ ਬਾਰੇ ਕੀ ਕਹਿੰਦੇ ਹੋ? ਇਹ ਜੀ ਦੇਖੋ ਤੁਸੀਂ ਦੱਸ ਹੀ ਦਿੱਤਾ, ਇਹ ਅਸੀਂ ਉਹ ਪੰਜਾਬ ਨਹੀਂ ਸੀਗੇ ਜਿਹੜਾ ਸਾਨੂੰ ਰਿਪਰੈਜ਼ੈਂਟ ਕਰਿਆ ਜਾਂਦਾ ਸੀ ਵੀ ਗੁੰਡਾਗਰਦੀ, ਇਹ ਫਿਲਮਾਂ ਬਣਾਤੀਆਂ ਗਾਂਧੀ ਫਿਲਮਾਂ ਵਗੈਰਾ, ਉਹ ਨਹੀਂ ਹੈਗਾ ਸਾਡਾ ਪੰਜਾਬ। ਪੰਜਾਬ ਸਾਡਾ ਹੈਗਾ ਸ਼ਹੀਦ ਭਗਤ ਸਿੰਘ ਹੋਰਾਂ ਦਾ ਪੰਜਾਬ, ਉਹਨਾਂ ਦੀਆਂ ਲਾਈਨਾਂ ਤੇ ਚੱਲਣ ਵਾਲਾ ਪੰਜਾਬ। ਜਿਵੇਂ ਤੁਸੀਂ ਕਿਹਾ ਜੀ ਕਰੋਨਾ ਨਾਲ ਲੜਨ ਵਾਸਤੇ ਹੁਣ ਸਰਕਾਰਾਂ ਬੇਬਸ ਹੋ ਗਈਆਂ, ਨੌਜਵਾਨ ਵਰਗ ਉੱਠ ਕੇ ਗਿਆ, ਕਹਿੰਦੇ ਯਾਰ ਆਪਾਂ ਵੀ ਜਿਉਂ ਕੇ ਕੀ ਕਰਨਾ। ਇਹ ਹਾਲਾਤਾਂ ਨੂੰ ਸਮਝ ਰਿਹਾ ਨਾ ਨੌਜਵਾਨ ਨੂੰ ਪਤਾ ਵੀ ਦੁੱਖ ਤਕਲੀਫ ਕੀ ਹੁੰਦੀ ਆ, ਸਾਡੇ ਪਰਿਵਾਰਾਂ ਲਈ ਕੀ ਤਕਲੀਫਾਂ ਨੇ, ਸਾਡੇ ਸਮਾਜ ਲਈ ਸਾਡੀ ਕੀ ਜ਼ਿੰਮੇਵਾਰੀ ਬਣਦੀ ਆ। ਇਹ ਹੁਣ ਅਸੀਂ ਪੂਰੇ ਚੰਗੇ ਤਰੀਕੇ ਨਾਲ ਨੌਜਵਾਨ ਮੂਹਰੇ ਆ ਰਹੇ ਨੇ। ਨੌਜਵਾਨਾਂ ਤੁਸੀਂ ਦੇਖਿਆ ਜੀ ਦਿੱਲੀ ਮੋਰਚੇ ਤੇ ਪੂਰਾ ਆਪਦਾ ਕੰਮ ਵਲੰਟੀਅਰ ਕਰ ਰਹੇ ਨੇ ਮੁੰਡੇ, ਬਹੁਤ ਵਧੀਆ ਸਾਰਾ ਕੰਮ ਕਰ ਰਹੇ ਨੇ, ਸਮਝ ਰਹੇ ਨੇ, ਸੂਝਵਾਨਤਾ ਨਾਲ ਫੈਸਲੇ ਲੈਂਦੇ ਨੇ। ਨੌਜਵਾਨ ਸਾਨੂੰ ਸਾਡੇ ਨੌਜਵਾਨੀ ਤੇ ਮੈਨੂੰ ਆਪਦੇ ਭਰਾਵਾਂ ਤੇ ਆਪਦੇ ਦੋਸਤ ਮਿੱਤਰਾਂ ਤੇ ਜਿੰਨੇ ਵੀ ਮੇਰੇ ਵੀਰ ਭਾਈ ਅੰਦੋਲਨ ਨੂੰ ਕਿਸਾਨੀਆਂ ਨੂੰ ਪਿਆਰ ਕਰਦੇ ਆ, ਸਾਥ ਦੇ ਰਹੇ ਨੇ, ਜਿਹੜੇ ਆਪਦੇ ਘਰੇ ਬੈਠੇ ਵੀ ਸਾਥ ਦੇ ਰਹੇ ਨੇ ਸੋਸ਼ਲ ਮੀਡੀਆ ਤੇ, ਉਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ। ਤੇ ਸਾਡਾ ਤੁਹਾਨੂੰ ਦਿਖਾ ਚੁੱਕੇ ਹਾਂ ਵੀ ਅਸੀਂ ਸ਼ਹੀਦ ਭਗਤ ਸਿੰਘ ਦੇ ਵਾਰਸ ਹਾਂ। ਅਸੀਂ ਉਹ ਲੈਨਨ ਦੀ ਕਿਤਾਬ ਪੜ੍ਹ ਰਹੇ ਹਾਂ ਜੀ, ਜਿਹੜੇ ਸ਼ਹੀਦ ਭਗਤ ਸਿੰਘ ਪੜ੍ਹਦੇ ਹੋਏ ਆਪਦੀ ਪੰਨੇ ਮੋੜ ਕੇ ਗਏ ਸੀ, ਉਹ ਹੁਣ ਪੰਨੇ ਖੁੱਲਣਗੇ ਜੀ ਤੇ ਇਹਨਾਂ ਦਾ ਸਭ ਕੁਝ ਜਾਊਗਾ। ਸਰਕਾਰਾਂ ਜਿਹੜੀਆਂ ਜ਼ਾਲਮ ਸਰਕਾਰਾਂ ਨੇ, ਸਾਡੇ ਮੋਰਚੇ ਜਿੱਤੇ ਜਾਣਗੇ ਜੀ, ਅਸੀਂ ਜਿੱਤਾਂਗੇ। ਨਿਸ਼ਚੈ ਕਰ ਆਪਣੀ ਜੀਤ ਕਰੋ, ਬਾਣੀ 'ਚ ਵੀ ਕਿਹਾ ਗਿਆ ਜੀ। ਅਸੀਂ ਨਿਸ਼ਚੈ ਕਰਕੇ ਚੱਲੇ ਹੋਏ ਹਾਂ ਜੀ, ਇਹਦੇ ਵਾਸਤੇ ਸਾਨੂੰ ਕੁਝ ਵੀ ਗਵਾਉਣਾ ਪਊਗਾ ਤਾਂ ਅਸੀਂ ਜਾਨ ਵੀ ਦੇਣ ਨੂੰ ਤਿਆਰ ਹਾਂ। ਸੁਖੀ, ਤੁਸੀਂ ਲੈਨਨ ਦੀ ਕਿਤਾਬ ਪੜ੍ਹ ਰਹੇ ਹੋ, ਜਿਹੜੀ ਭਗਤ ਸਿੰਘ ਨੇ ਵੀ ਪੜ੍ਹੀ ਸੀਗੀ ਆਪਣੇ ਆਖਰੀ ਟਾਈਮ ਦੇ ਵਿੱਚ, ਕਿਹੜੀਆਂ ਉਹਦੀਆਂ ਸਤਰਾਂ ਐਸੀਆਂ ਹੈ ਜਿਹੜੀਆਂ ਦਿਮਾਗ ਦੇ ਵਿੱਚ ਹਮੇਸ਼ਾ ਘੁੰਮਦੀਆਂ ਰਹਿੰਦੀਆਂ ਨੇ? ਉਹ ਜੀ ਦੇਖੋ ਬਰਾਬਰਤਾ, ਸਾਰਾ ਕੁਝ ਹੋਣਾ ਜ਼ਰੂਰ ਆ, ਇਕੁਐਲਿਟੀ ਹੋਣੀ ਜ਼ਰੂਰੀ ਆ। ਹੁਣ ਜੀ ਦੇਖਿਆ ਜਾਵੇ ਤਾਂ ਸਾਰਿਆਂ 'ਚ ਬਰਾਬਰਤਾ ਹੋਣੀ ਚਾਹੀਦੀ ਆ। ਹੁਣ ਉੱਥੇ ਦਿੱਲੀ 'ਚ ਤੁਸੀਂ ਜਾ ਕੇ ਦੇਖੋਗੇ VIP ਬੰਦਿਆਂ ਨੂੰ ਤਾਂ ਮਿਲ ਰਿਹਾ ਟਰੀਟਮੈਂਟ, ਆਮ ਬੰਦੇ ਤੇ ਤੜਫ ਰਹੇ ਆ। ਇਹ ਕੀ ਗੱਲ ਹੈ? ਇਨਸਾਫ ਨਹੀਂ।
ਲੈਨਨ ਕਹਿੰਦਾ ਸੀ ਵੀ ਸਾਰੇ ਇੱਕ ਬਰਾਬਰ ਨੇ, ਇੱਕ ਬਰਾਬਰਤਾ ਨਾਲ ਵੀ ਉਹਨੂੰ ਪਹਿਲਾ ਰੈਫਰੈਂਸ ਜਦੋਂ ਹਸਪਤਾਲ ਆਊਗਾ ਤਾਂ ਉਹ 'ਚੋਂ ਐਂ ਨਹੀਂ ਪੁੱਛਿਆ ਜਾਊਗਾ ਭਾਈ ਤੂੰ VIP ਤਾਂ ਨਹੀਂ, ਵੀ ਤੂੰ ਕੌਣ ਆ, ਵੀ ਤੂੰ ਉਹਨੂੰ ਪਹਿਲ ਦਿੱਤੀ ਜਾਊਗੀ ਜਿਹੜਾ ਬੰਦਾ ਕ੍ਰਿਟੀਕਲ ਹੋਊਗਾ, ਜਿਹਦੀ ਆਕਸੀਜਨ ਡਿੱਗੀ ਜਾ ਰਹੀ ਹੈ 90% ਤੋਂ ਘਟਦੀ ਜਾ ਰਹੀ ਹੈ, ਉਹਨੂੰ ਪਹਿਲ ਦਿੱਤੀ ਜਾਊਗੀ ਭਾਈ ਤੂੰ ਆ ਜਾ। ਉਹ ਐ ਨਹੀਂ ਹੈਗਾ ਵੀ ਬੈੱਡ ਹਾਇਰ ਕਰਕੇ ਬੈੱਡ ਰੱਖ ਲਿਆ ਆਪਦਾ। VIP ਬੰਦੇ ਨਾ ਜੀ ਦਿੱਲੀ 'ਚ ਹੁਣ ਕੀ ਕਰ ਰਹੇ ਨੇ, ਆਪਦਾ ਬੈੱਡ ਦੀ ਪੇ ਕਰੀ ਜਾਂਦੇ ਨੇ, ਭਾਵੇਂ ਦੀ ਉਹਨਾਂ ਦਾ ਮਰੀਜ਼ ਹੈਗਾ ਭਾਵੇਂ ਦੀ ਨਾ ਹੈਗਾ, ਉਹ ਬੈੱਡ ਉਹਨਾਂ ਨੇ ਬਾਏ ਕਰ ਲਿਆ, ਖਰੀਦ ਕੇ ਉਹਨਾਂ ਨੇ ਆਪਦਾ ਰੋਕ ਕੇ ਰੱਖਿਆ। ਉਹਨੂੰ ਹੁਣ VIP ਲੋਕਾਂ ਨੂੰ ਇਸ ਤਰੀਕੇ ਨਾਲ ਟਰੀਟਮੈਂਟ ਦੇ ਰਹੀਆਂ ਸਰਕਾਰਾਂ, ਇਹ ਧੱਕਾ ਜੀ ਸ਼ਰੇਆਮ। ਅਸੀਂ ਇਹਦਾ ਵਿਰੋਧ ਕਰਦੇ ਹਾਂ ਪੂਰੇ ਤਰੀਕੇ ਨਾਲ। ਸੋ ਕਿ ਤੁਹਾਡੇ ਨਾਲ ਯੂਥ ਜੁੜਿਆ ਹੋਇਆ ਆ, ਤੁਸੀਂ ਬਹੁਤ ਸਾਰੇ ਯੂਥ ਨੂੰ ਆਪਣੇ ਨਾਲ ਇਕੱਠਾ ਵੀ ਕਰ ਲਿਆ ਆ। ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਲਗਾਤਾਰ ਦੇਖ ਰਹੇ ਹਾਂ, ਤੁਸੀਂ ਜਾ ਕੇ ਆਉਂਦੇ ਹੋ, ਟਿੱਕਰੀ ਬਾਰਡਰ ਤੇ ਜਾਂਦੇ ਹੋ, ਸਿੰਘੂ ਬਾਰਡਰ ਤੇ ਜਾ ਕੇ ਆਉਂਦੇ ਹੋ, ਲੇਕਿਨ ਹੁਣ ਜਿਸ ਵਕਤ ਕਰੋਨਾ ਵਾਇਰਸ ਮਹਾਮਾਰੀ ਦਾ ਇੰਨਾ ਵੱਡਾ ਦੌਰ ਚੱਲ ਰਿਹਾ ਹੈਗਾ ਆ, ਤੇ ਕੀ ਤੁਸੀਂ ਆਪਣੀ ਯੂਥ ਨਾਲ ਮਿਲ ਕੇ ਉਹਦੇ ਵਾਸਤੇ ਵੀ ਕੁਝ ਪਲਾਨ ਕਰ ਰਹੇ ਹੋ? ਯੂਥ ਲਈ ਜੀ ਅਸੀਂ ਸਰਕਾਰ ਤੋਂ ਪੁੱਛ ਰਹੇ ਹਾਂ, ਸਵਾਲ ਪੁੱਛ ਰਹੇ ਹਾਂ ਜੀ, ਕੈਪਟਨ ਸਾਹਿਬ ਤੋਂ ਸਵਾਲ ਪੁੱਛ ਰਹੇ ਹਾਂ ਵੀ ਜੀ ਤੁਸੀਂ ਚਲੋ ਨਵਜੋਤ ਸਿੰਘ ਸਿੱਧੂ ਨਾਲ ਤੁਸੀਂ ਬਾਅਦ ਚੋਂ ਨਿਬੜ ਲਿਓ ਮਸਲਾ, ਚਲੋ ਰਾਜਨੀਤਿਕ ਤੁਹਾਡੀਆਂ ਜ਼ਮੀਨਾਂ ਦਾ ਉਹ ਨਹੀਂ ਤੁਹਾਡੇ ਕੋਲ ਹੀ ਰਹਿਣੀਆਂ ਜੀ, ਕੱਲ ਨੂੰ ਇੱਥੇ ਪੰਜਾਬ ਤੁਹਾਡੇ ਕੋਲ ਹੀ ਆ। ਪਹਿਲਾਂ ਆਪਾਂ ਲੋਕਾਂ ਨੂੰ ਬਚਾ ਲਈਏ, ਵੈਂਟੀਲੇਟਰ ਪੂਰੇ ਕਰ ਲਈਏ, ਆਕਸੀਜਨ ਪੂਰੇ ਕਰ ਲਈਏ, ਜਿੰਨੇ ਆਪਣੇ ਪ੍ਰਾਈਵੇਟ ਇੰਡਸਟਰੀਆਂ ਚੱਲਦੀਆਂ ਨੇ ਆਪਣੇ ਇੰਡੀਆ 'ਚ ਜਾਂ ਕਿਤੇ ਵੀ ਪੰਜਾਬ 'ਚ ਵੀ ਚੱਲਦੀਆਂ ਨੇ, ਉਹਨਾਂ ਸਾਰਿਆਂ ਨੂੰ ਬੇਨਤੀ ਕਰੀ ਜਾਵੇ ਵੀ ਜੀ ਤੁਸੀਂ ਸਾਡੀ ਆਕਸੀਜਨ ਦੀ ਲੋੜ ਪੂਰੀ ਕਰੋ। ਤੇ ਜਿੰਨੀ ਜੀ ਵੈਕਸੀਨੇਸ਼ਨ ਵੱਧ ਤੋਂ ਵੱਧ ਹੈ ਜੀ ਸਰਕਾਰ ਤੋਂ ਮੰਗ ਕਰੀ ਜਾਵੇ ਵੀ ਲਿਆ ਕੇ ਜੀ ਲੋਕਾਂ ਦੇ ਫ੍ਰੀ ਲਾਈ ਜਾਵੇ। ਇਹ ਹੁਣ ਸਾਨੂੰ ਰੇਟ ਦੱਸਣ ਦੀ ਨਾ ਕੋਸ਼ਿਸ਼ ਕਰੀ ਜਾਵੇ ਵੀ ਡਰਾਮੇਬਾਜ਼ੀਆਂ ਕਰਕੇ ਵੀ ਸਾਨੂੰ 600 ਦੀ ਮਿਲੂ 800 ਦੀ ਮਿਲੂ, ਉਹ ਨਹੀਂ ਜੀ ਸਾਨੂੰ ਚਾਹੀਦਾ। ਅਸੀਂ ਟੈਕਸ ਭਰਿਆ, ਅਸੀਂ ਇਮਾਨਦਾਰੀ ਨਾਲ ਟੈਕਸ ਭਰਿਆ, GST ਭਰੀ ਆ, ਸਾਰੇ ਟੈਕਸ ਭਰਦੇ ਆ। ਅਸੀਂ ਜੇ ਖੰਡ ਵੀ ਲੈਂਦੇ ਹਾਂ ਉਹਤੇ ਵੀ ਟੈਕਸ ਦਿੰਦੇ ਹਾਂ, ਟੋਟਲੀ ਚੀਜ਼ਾਂ ਪੈਟਰੋਲ ਡੀਜ਼ਲ ਸਾਰੇ ਕਾਸਤੇ ਟੈਕਸ ਦਿੰਦੇ ਹਾਂ, ਉਹਦੀ ਸਾਨੂੰ ਰੀਫੰਡਿੰਗ ਕਰੀ ਜਾਵੇ ਸਰਕਾਰ ਵੱਲੋਂ। ਜੇ ਕੈਪਟਨ ਸਾਹਿਬ ਨੂੰ ਕੁਝ ਨਹੀਂ ਸਮਝ ਆਉਂਦਾ ਤਾਂ ਜੀ ਅਸੀਂ ਯੂਥ ਵਿੰਗ ਉਹਨਾਂ ਨੂੰ ਸਾਰਾ ਕੁਝ ਦੱਸਣ ਲਈ ਤਿਆਰ ਹਾਂ ਵੀ ਤੁਸੀਂ ਇੱਦਾਂ ਦੀ ਨੀਤੀਆਂ ਬਣਾਓ, ਐਵੇਂ ਕਰਕੇ ਜੀ ਆਪਾਂ ਇਹਦਾ ਸੋਲੂਸ਼ਨ ਲੜ ਸਕਦੇ ਹਾਂ। ਹੁਣ ਅਸੀਂ ਸਰਕਾਰਾਂ ਤੋਂ ਸਵਾਲ ਪੁੱਛਣੇ ਚਾਹੁੰਦੇ ਹਾਂ ਜੀ। ਇੱਕ ਤਾਂ ਸਾਡੇ ਜਿਹੜੇ ਇਹ PM ਫੰਡ ਕੇਅਰ ਆਇਆ ਸੀਗਾ ਜੀ ਸੈਂਟਰ ਸਰਕਾਰ ਤੋਂ ਪੁੱਛਦੇ ਹਾਂ ਵੀ ਉਹਦਾ ਹਿਸਾਬ ਕਿਤਾਬ ਦਿਓ ਕਿ ਤੁਸੀਂ ਆਪਦੇ ਦਫ਼ਤਰਾਂ 'ਤੇ ਲਾਤਾ, ਜਿਹੜੇ ਤੁਸੀਂ ਆਲੀਸ਼ਾਨ ਦਫ਼ਤਰ ਬਣਾਉਣ ਲੱਗੀ ਆ BJP, ਉਹ 'ਤੇ PM ਫੰਡ ਕੇਅਰ ਇਹਨਾਂ ਨੇ ਇਸਤੇਮਾਲ ਕਰ ਲਿਆ। ਸਾਨੂੰ ਜੀ ਮੂਰਤੀਆਂ ਦੀ ਲੋੜ ਨਹੀਂ ਆਪਣੇ ਦੇਸ਼ ਨੂੰ, ਮੈਂ ਉਹਨਾਂ ਦੀ ਵਧੀਆ ਮੰਨਦਾ ਕੁਰਬਾਨੀ ਆ ਜੀ, ਉਹਨਾਂ ਦੀਆਂ ਇਤਿਹਾਸਕ ਨਾਂ ਨੇ ਪਟੇਲ ਹੋਰਾਂ ਦੇ, ਉਹਨਾਂ ਨੂੰ ਜੀ ਅਸੀਂ ਗਲਤ ਨਹੀਂ ਕਹਿੰਦੇ, ਉਹ ਵੀ ਦੁਖੀ ਨੇ। ਤੁਸੀਂ ਉਹਨਾਂ ਦੀ ਫੋਟੋ ਦੇਖੀ ਹੋਣੀ, ਇੱਕ ਪਾਸੇ ਤਾਂ ਉਹਨੇ ਸਿਲੰਡਰ ਲੈ ਕੇ ਇੱਕ ਲੇਡੀਜ਼ ਬੈਠੇ ਨੇ, ਬੜੀ ਫੋਟੋ ਵਾਇਰਲ ਹੋਈ ਆ ਇੰਸਟਾਗ੍ਰਾਮ ਤੇ ਵੱਲਭ ਭਾਈ ਪਟੇਲ ਨੇ ਆਪਦੇ ਸਿਰ ਤੇ ਹੱਥ ਰੱਖਿਆ ਹੋਇਆ ਯਾਰ ਵੀ ਕੀ ਮੇਰੇ ਤੇ ਇਹਨਾਂ ਨੇ 3000 ਕਰੋੜ ਖਰਚ ਕਰਤਾ, ਹਸਪੀਟਲ ਇਹਨਾਂ ਕੋਲੇ ਪ੍ਰਬੰਧ ਨਹੀਂ। ਇਹ ਗੱਲਾਂ ਜੀ ਹੁਣ ਮੂਹਰੇ ਆ ਰਹੀਆਂ, ਅਸੀਂ ਸਵਾਲ ਪੈਦਾ ਕਰ ਰਹੇ ਹਾਂ ਸਰਕਾਰ ਲਈ। ਤੇ ਹੁਣ ਟਿੱਕਰੀ ਬਾਰਡਰ ਜਿਸ ਤਰੀਕੇ ਨਾਲ ਗੱਲ ਕੀਤੀ ਜਾਂਦੀ ਸੀਗੀ, ਇੱਕ ਗੱਲ ਬਹੁਤ ਜ਼ਿਆਦਾ ਉੱਡ ਰਹੀ ਸੀ ਆਪਰੇਸ਼ਨ ਕਲੀਨ ਸ਼ੁਰੂ ਕਰਨ ਦੀ, ਕਿ ਆਪਰੇਸ਼ਨ ਕਲੀਨ ਸ਼ੁਰੂ ਕੀਤਾ ਜਾਏਗਾ, ਬਾਰਡਰਾਂ ਨੂੰ ਖਾਲੀ ਕਰਵਾਇਆ ਜਾਏਗਾ। ਤੇ ਕੀ ਤੁਹਾਨੂੰ ਲੱਗਦਾ ਆ ਕਿ ਜਿਹੜਾ ਕਰੋਨਾ ਵਾਇਰਸ ਦੀ ਇਸ ਵਕਤ ਇੰਨੀ ਵੱਡੀ ਸੰਖਿਆ ਦੇ ਵਿੱਚ ਕੇਸ ਆ ਰਹੇ ਨੇ, ਦਿੱਲੀ ਦੇ ਵਿੱਚ ਲੋਕਡਾਊਨ ਲਗਾਇਆ ਜਾ ਰਿਹਾ ਹੈਗਾ ਆ, ਹਫਤੇ ਦਾ ਲੋਕਡਾਊਨ ਪਹਿਲਾਂ ਕੀਤਾ ਗਿਆ ਸੀਗਾ, ਹੁਣ 2 ਮਈ ਤੱਕ ਲੋਕਡਾਊਨ ਹੈਗਾ ਆ, ਕੀ ਲੱਗਦਾ ਆ ਕਿ ਜਿਹੜਾ ਕਿਸਾਨੀ ਅੰਦੋਲਨ ਆ ਉਹਦੇ ਉੱਤੇ ਇਹਦਾ ਕੋਈ ਧੱਕਾ ਪੈ ਸਕਦਾ ਆ? ਕੋਈ ਧੱਕਾ ਨਹੀਂ ਜੀ ਕਰ ਸਕਦੇ ਕੋਈ ਸਾਡੇ ਤੇ, ਠੀਕ ਹੈ ਜੀ। ਅਸੀਂ ਸਾਡੇ ਸੀਨੀਅਰ ਆਗੂਆਂ ਨੇ ਕਹਿ ਦਿੱਤਾ ਗਿਆ ਪਹਿਲਾਂ ਹੀ ਵੀ ਸਾਨੂੰ ਪ੍ਰੋਵਾਈਡ ਕਰਵਾਓ ਤੁਸੀਂ ਜਿਹੜੀਆਂ ਚੀਜ਼ਾਂ ਨੇ, ਅਸੀਂ ਦੇਣ ਪ੍ਰੀਕਾਸ਼ਨ ਸਾਰੀ ਯੂਜ਼ ਕਰਨ ਲਈ ਤਿਆਰ ਹਾਂ, ਕਿਉਂਕਿ ਅਸੀਂ ਸਮਝਦਾਰ ਹਾਂ, ਸਾਨੂੰ ਪਤਾ ਅਸੀਂ ਇੱਕ ਉਹ ਆਵਾਜ਼ ਉਠਾਉਣ ਵਾਲੇ ਲੋਕ ਆ। ਸਾਨੂੰ ਪਤਾ ਵੀ ਜੇ ਆਪਾਂ ਖਤਰਾ ਹੈਗਾ ਜ਼ਰੂਰ ਹੈਗਾ ਜੀ ਖਤਰਾ ਦੇਸ਼ਾਂ ਲਈ, ਜੋ ਵੱਡੇ ਵੱਡੇ ਦੇਸ਼ ਨਹੀਂ ਇਹਨਾਂ ਦੇ ਲੜ ਰਹੇ ਨੇ। ਅਮਰੀਕਾ ਨੇ ਆਪਾਂ ਨੂੰ ਜਵਾਬ ਦਿੱਤਾ ਜੀ, ਮੋਦੀ ਸਾਹਿਬ ਨੇ ਉਹਨਾਂ ਨੂੰ ਇੰਨਾ ਕੁਛ ਦਿੱਤਾ ਆਪਣੇ ਦੇਸ਼ 'ਚੋਂ ਲਿਆ ਕੇ ਵੀ ਆਹ ਲਓ ਵੈਕਸੀਨੇਸ਼ਨ ਲੈ ਲਓ। ਹੁਣ ਆਪਣੇ ਆਪਦੇ ਦੇਸ਼ ਦੀ ਪੂਰਤੀ ਨਹੀਂ ਹੋ ਰਹੀ, ਇਹਦੀ ਜਵਾਬਦੇਹੀ ਨਹੀਂ ਹੈਗੀ ਜੀ। ਇਹ ਅਨਪੜ੍ਹ ਲੋਕ ਨੇ, ਇਹਨਾਂ ਕੋਲੇ ਜਵਾਬਦੇਹੀ ਕਿਸੇ ਚੀਜ਼ ਦੀ ਨਹੀਂ। ਰਹੀ ਗੱਲ ਆਪਰੇਸ਼ਨ ਕਲੀਨ ਦੀ, ਕਲੀਨ ਚਲਾਉਣ ਦੀ ਲੋੜ ਨਹੀਂ। ਮੋਦੀ ਸਾਹਿਬ ਨੂੰ ਮੈਂ ਫਿਰ ਤੋਂ ਤੁਹਾਡੇ ਚੈਨਲ ਥਰੂ ਕਹਿਣਾ ਚਾਹਣਾ ਵੀ ਤੁਸੀਂ ਜੀ ਇਹ ਤਿੰਨੇ ਕਾਲੇ ਕਾਨੂੰਨ ਕਰੋ ਰੱਦ, ਵੀ ਭਾਈ ਤੁਸੀਂ ਆਪਦੇ ਜਾਓ ਘਰਾਂ ਨੂੰ, ਤੇ ਆਪਾਂ ਬਾਅਦ ਚੋਂ ਦੇਖਦੇ ਹਾਂ ਜੇ ਦੇਸ਼ ਦੇ ਹਿੱਤ 'ਚ ਹੋਇਆ ਸਾਨੂੰ ਸਮਝਾ ਲਿਓ ਹੌਲੀ ਹੌਲੀ ਲੰਬੇ ਟਾਈਮ 'ਚ 10-20 ਸਾਲਾਂ 'ਚ ਸਾਨੂੰ ਦੱਸ ਦਿਓ ਵੀ ਐਂ ਕਰਕੇ ਇਹ ਤੁਹਾਡੇ ਲਈ ਫਾਇਦੇਮੰਦ ਆ, ਵੀ ਜਿਹੜਾ ਸਾਨੂੰ ਅੱਜ ਤੱਕ ਨਹੀਂ ਸਮਝ ਆਇਆ ਸਾਨੂੰ ਹੌਲੀ ਹੌਲੀ ਸਮਝਾ ਲਿਓ, ਸਮਝਾ ਕੇ ਲੋਕਾਂ ਤੋਂ ਹਾਮੀ ਲੈ ਕੇ ਵੀ ਹਾਂ ਭਾਈ ਠੀਕ ਨੇ ਇਹ ਕਾਨੂੰਨ, ਫਿਰ ਤੁਸੀਂ ਜਾਰੀ ਕਰ ਦਿਓ। ਹੁਣ ਤੁਸੀਂ ਇਹਨਾਂ ਨੂੰ ਰੱਦ ਕਰੋ ਤੇ ਸਾਡੇ ਪੰਜਾਬੀ ਜਿਹੜੇ ਵੀਰ ਭਾਈ ਸਾਡੇ UP ਬਿਹਾਰ ਵਾਲੇ ਜਿੰਨੇ ਵੀ ਭਾਈ ਉੱਥੇ ਭਾਈਚਾਰਾ ਕਿਸਾਨ ਭਾਈਚਾਰਾ ਬੈਠਾ, ਉਹਨੂੰ ਘਰੋਂ ਘਰੀ ਭੇਜਿਆ ਜਾਵੇ, ਉਹ ਆਪਦੇ ਤਰੀਕੇ ਨਾਲ ਪੂਰਨ ਤੌਰ ਤੇ ਆਪਦਾ ਸਰਕਾਰ ਫੈਸਿਲਿਟੀਆਂ ਤਿਆਰ ਕਰੇ ਤੇ ਸਾਡੇ ਸਾਥੀਆਂ ਨੂੰ ਇਹ ਤਿੰਨੇ ਕਾਲੇ ਕਾਨੂੰਨ ਰੱਦ ਕਰਕੇ ਵਾਪਸ ਭੇਜਿਆ ਜਾਵੇ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਸੁਖਦੀਪ। ਠੀਕ, ਧੰਨਵਾਦ ਜੀ, ਬਹੁਤ ਬਹੁਤ।
ਇਹ ਸੀਗੇ ਸੁਖਦੀਪ ਸਿੰਘ ਮਾਨਸਾ ਜੀ, ਜਿਨ੍ਹਾਂ ਨੇ ਜਿਹੜੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹਨਾਂ ਨੂੰ ਚਿੰਤਾ ਹੈਗੀ ਹੈ ਜਿਹੜੇ ਕਿਸਾਨ ਵੀਰ ਬੈਠੇ ਨੇ ਬਾਰਡਰਾਂ ਤੇ ਉਹਨਾਂ ਨੂੰ ਭੇਜਣ ਵਾਸਤੇ ਇਹ ਨਾ ਕਿਹਾ ਜਾਵੇ ਕਿ ਕਰੋਨਾ ਵਾਇਰਸ ਇੱਕ ਡਰਾਵਾ ਹੈਗਾ ਆ, ਕਰੋਨਾ ਵਾਇਰਸ ਫੈਲ ਰਿਹਾ ਹੈਗਾ ਆ। ਜੇਕਰ ਚਿੰਤਾ ਹੈਗੀ ਹੈ ਤੇ 3 ਖੇਤੀ ਕਾਨੂੰਨ ਜਿਹੜੇ ਬਣਾਏ ਗਏ ਨੇ ਉਹਨਾਂ ਨੂੰ ਵਾਪਸ ਲਿਆ ਜਾਵੇ ਤੇ ਕਿਸਾਨਾਂ ਨੂੰ ਖੁਸ਼ੀ-ਖੁਸ਼ੀ ਘਰ ਭੇਜਿਆ ਜਾਵੇ ਕਿ ਲਓ ਤੁਹਾਡੇ ਖੇਤੀ ਕਾਨੂੰਨ ਵਾਪਸ ਹੋ ਗਏ ਨੇ ਤੇ ਹੁਣ ਆਪਣੀ ਸਿਹਤ ਦਾ ਧਿਆਨ ਰੱਖਿਆ ਜਾਵੇ। ਕੈਮਰਾਮੈਨ ਸੁਨੀਲ ਦੇ ਨਾਲ ਅਨੂਜਾ ਸ਼ਰਮਾ, ਦੇਸ਼ ਪ੍ਰਦੇਸ਼ ਟੀਵੀ, ਚੰਡੀਗੜ੍ਹ।